श्री वाहिगुरु साहिब जीओ। मन दे छत हो परम प्रगट हुए नच हो। या माया के डांडे सूर के सन्मुख रमते डर पै। सती के साचे भांडे सूर के सन्मुख रमते डर पै। सती के साचे भांडे परम सम्मान जबर तख्त छत्र जी के मामला जुगो जुगो अटल सतगुरु धन धन साहिब श्री गुरु ग्रंथ साहिब जी महाराज सच्चे पातशाह जी के हजूर शहीदी पंद्रवाड़े के संबंध विच धन धन साहिब श्री गुरु गोबिंद सिंह महाराज जी के चार साहिबजादे माता गुजर कौर गुरु के प्यारे और महान शहीदां दी कुर्बानी नूं चेते करदिआं होइआं विशेष समागमां दी हाज़री करदिआं अंदर बैठे हो प्रबंधक कमेटी गुरु की संगतां और बीबी जसप्रीत कौर जी खालसा लुधियाने वाले गुरु घर तो बड़े प्रेमी कीर्तनीय हैं भैन जी होरां दे उपराले सदका मेरा छोटा वीर गुरनूर सिंह जो अच्छे तबलावादक ने गुरु घर दे विच समागमां दौरान तबले की सेवा निभाउंदे है। तिन्हां गुरमुखां दे उपराले सदका प्रबंधक कमेटी के सहयोग नाल महान ये गुरमत समागम कराए जा रहे हैं। साध संगत जी आप जी ने वख-वख जत्थियां पासों गुरबाणी कीर्तन श्रवण कीते हैं। मेरे तो उपरंत भी रागी साहबान गुरु के प्यारे हरजा साहब श्रवण कराएंगे। और जितना कुछ समा मेरे पास है गुरु का वो इतिहास सत्संग की लहू भीजे हुए पन्ने परिवार विछोड़ा हो जाना आनंदा दी पुरी नूं गुरु गोबिंद सिंह महाराज जी ने छड्डिया। चमकौर दी जंग विच वड्डे दो पुत्र अखां दे सामने गुरु गोबिंद सिंह महाराज जी ने बेरा बेरा करा दिते।
ਛੋਟੇ ਉਧਰ ਸਰਹੰਦ ਵਿੱਚ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ। ਮਾਛੀਵਾੜੇ ਦੇ ਜੰਗਲਾਂ ਵਿੱਚ ਟਿੰਡ ਦਾ ਸਰਾਣਾ ਲਾ ਕੇ ਬਾਜਾਂ ਵਾਲੇ ਪ੍ਰੀਤਮ ਮਾਹੀ ਸੁੱਤੇ। ਸ਼ਿਕਵਾ ਕੋਈ ਨਹੀਂ, ਰੱਬੀ ਗੀਤ ਗਾਇਆ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਸਾਰਾ ਜਿਹੜਾ ਇਤਿਹਾਸ ਹੈ, ਮੈਂ ਸਾਧ ਸੰਗਤ ਦੀ ਕੇਵਲ ਬੋਲਣਾ ਨਹੀਂ ਤੇ ਆਪ ਜੀ ਨੇ ਕੇਵਲ ਸੁਣਨਾ ਨਹੀਂ ਹੈ, ਬਲਕਿ ਆਪਾਂ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਗ ਕੇ ਦਰਸ਼ਨ ਕਰਨੇ। ਮੈਂ ਕੇਵਲ ਬੋਲਣਾ ਨਹੀਂ ਤੇ ਤੁਸੀਂ ਕੇਵਲ ਸੁਣਨਾ ਨਹੀਂ, ਪ੍ਰਤੱਖ ਆਪਾਂ ਜਾ ਕੇ ਦਰਸ਼ਨ ਕਰਨੇ ਹਨ। ਆਓ ਇਤਿਹਾਸ ਦੀ ਲੜੀ ਪ੍ਰਾਰੰਭ ਕਰ ਸਕਾਂ। ਇਹ ਇਤਿਹਾਸ ਦਾ ਉਹ ਬੇਸ਼ੁਮਾਰ ਬਹੁਮੁੱਲਾ ਬੇਕੀਮਤੀ ਪੰਨਾ ਹੈ ਜਿਹੜਾ ਸੁਣ ਕੇ ਪੱਥਰ ਵੀ ਪਿੰਗਲ ਜਾਂਦੇ। ਜਾਰ ਜਾਰ ਹੋ ਜੀਦਾ ਬਾਜਾਂ ਵਾਲੇ ਪ੍ਰੀਤਮ ਤੁਸਾਂ ਐਸੀ ਕਰ ਵਿਖਾਈ। ਗੁਰਫਤਿਹ ਨਾਲ ਸਾਂਝ ਬਖਸ਼ੋ ਕਲਗੀ ਵਕਤਰ ਪ੍ਰੀਤਮ। ਬਾਜਾਂ ਵਾਲੀ ਸਰਕਾਰ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਦੀ ਆਵਾਜ਼ ਨੂੰ ਖੋਲੋ ਥੋੜਾ ਜਿਹਾ, ਦੱਬੀ ਜੀ ਹੈ। ਵਾਹਿਗੁਰੂ 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 ਵਾਹਿਗੁਰੂ। ਥੋੜੇ ਟ੍ਰੈਵਲ ਜੀ ਦੇ ਦਿਓ, ਬੇਸ ਕਿਆ ਜ਼ਿਆਦਾ। ਵਾਹਿਗੁਰੂ ਜੀ, ਠੀਕ ਹੈ। ਮਾਛੀਵਾੜੇ ਦੇ ਜੰਗਲਾਂ ਵਿੱਚ ਪ੍ਰੀਤਮ ਮਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਟਿੰਡ ਦਾ ਸਰਾਣਾ ਲਾ ਕੇ ਸੁੱਤੇ ਹੈ ਤੇ ਉਲਾਂਭਾ ਕੋਈ ਨਹੀਂ। ਉਸ ਕਰਤੇ ਪਰਮੇਸ਼ਵਰ ਵਾਹਿਗੁਰੂ ਦੀ ਰਜ਼ਾ ਵਿੱਚ ਇਹ ਰੱਬੀ ਗੀਤ ਗਾਇਆ ਵੀ ਮੇਰੇ ਪਿਆਰੇ ਮਿੱਤਰ ਨੂੰ ਕੋਈ ਮੁਰੀਦਾਂ ਦਾ ਹਾਲ ਦੱਸੋ, ਉਹਦੇ ਹਾਲ ਵਿੱਚ ਉਹਦੀ ਕਿਰਪਾ ਬਖਸ਼ਿਸ਼ ਵਿੱਚ ਅਸੀਂ ਸਦਾ ਚੜ੍ਹਦੀ ਕਲਾ। ਜਿਹੜਾ ਬਚਨ ਹਜ਼ੂਰ ਨੇ ਜਫਰਨਾਮਾ ਸਾਹਿਬ ਵਿੱਚ ਜ਼ਿਕਰ ਕੀਤਾ ਹੈ, ਆਖਿਆ ਨਾ ਤਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਨਾ ਤਾਜ ਹੈ ਨਾ ਬਾਜ ਹੈ ਨਾ ਫੌਜ ਹੈ ਨਾ ਆਪਣਾ ਫਰਸ਼, ਆਪਣੀ ਸਰਜ਼ਮੀਨ ਧਰਤੀ ਅਨੰਦਪੁਰ ਸਾਹਿਬ ਹੈ। ਪਰ ਉਹ ਰੰਗਿਆ ਅਸੀਂ ਉਸ ਕਰਤੇ ਪਰਮੇਸ਼ਵਰ ਵਾਹਿਗੁਰੂ ਦੀ ਰਜ਼ਾ ਵਿੱਚ ਅੱਜ ਵੀ ਰਾਜੀ ਆ ਤੇ ਮੁਖਾਤਬ ਹੋ ਕੇ ਅੱਲਾ ਨੂੰ ਆਖਿਆ ਖੁਦਾਵੰਦ ਬਖਸ਼ੰਦਾ ਐਸ਼ ਅਰਸ਼। ਤੁਹਾਨੂੰ ਬੇਨਤੀ ਕਰਾਂ ਸਾਧ ਸੰਗਤ, ਆਪਣੀਆਂ ਬਿਰਤੀਆਂ ਨੂੰ ਵਿੰਨਿਓ। ਬੱਚਿਆਂ ਨੂੰ ਬੇਨਤੀ ਵੀ ਉਧਰ ਬੈਠ ਜਾ, ਬੇਟਾ ਉੱਠ ਕੇ ਉਹ ਸਾਹਮਣੇ ਚਲੇ ਜਾ, ਉੱਥੇ ਬੈਠ ਜਾ ਸਾਹਮਣੇ। ਸ਼ਾਬਾਸ਼ ਮੇਰੇ ਪੁੱਤਰ, ਗਾਥਾ ਚ ਡਿੱਗਣ ਪੈਂਦਾ। ਤੁਹਾਨੂੰ ਅਰਜ਼ ਕਰਾਂ, ਜਿੰਨਾ ਕੁ ਸਮਾਂ ਮੈਂ ਬੇਨਤੀ ਕਰਤੀ ਵਿੰਨੇ ਰਹਿਣਾ ਹੈ। ਆਪਣੀ ਸੁਰਤ ਨੂੰ ਆਪਾਂ ਅਨੰਦਪੁਰ ਸਾਹਿਬ ਛੱਡਿਆ ਤੇ ਨਾਲ ਚੱਲ ਰਹੇ ਹਾਂ। ਆਪਾਂ ਸਰਸਾ ਦੇ ਕੰਢੇ ਤੇ ਦੀਵਾਨ ਸਜਿਆ ਤੇ ਦੀਵਾਨਾਂ ਵਿੱਚ ਛੋਹ ਮੰਨ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਇਹ ਮਹਿਸੂਸ ਕਰਨਾ, ਇਹ ਮੰਨਣਾ। ਤੁਸਾਂ ਚਮਕੌਰ ਦੀ ਗੜੀ ਵਿੱਚ ਜਾ ਕੇ ਵੇਖਣਾ ਕੀ ਹੋਇਆ। ਸਮਾਂ ਮਿਲਿਆ ਤੇ ਸਰਹੰਦ ਦੀ ਆਪਾਂ ਫੇਰੀ ਕਰਨੀ ਹੈ। ਠੰਡੇ ਬੁਰਜ ਚ ਮਾਂ ਆਪਣੇ ਦੋ ਲਾਲਾਂ ਨੂੰ, ਦੋਵਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਗਲਵਕੜੀ ਚ ਕਿਵੇਂ ਬੈਠੀ, ਇਹ ਦਰਸ਼ਨ ਕਰਨੇ ਸਾਧ ਸੰਗਤ ਜੀ। ਆਪਾਂ ਉੱਚੀ ਆਵਾਜ਼ ਪੜੋ। ਜਿਹੜਾ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਮਾਛੀਵਾੜੇ ਦੇ ਜੰਗਲਾਂ ਵਿੱਚ ਕਰਤਾਰ ਦੇ ਉਸ ਵਾਹਿਗੁਰੂ ਦੇ ਮੁਖਾਤਬ ਹੋ ਕੇ ਆਖਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਂਗ ਨਿਵਾਸਾਂ ਦੇ ਰਹਿਣਾ, ਤੁਧ ਬਿਨ ਤੇਰੇ ਤੋਂ ਬਿਨਾ ਹੈ ਕਰਤੇ ਵਾਹਿਗੁਰੂ, ਰੋਗ ਰਜਾਈਆਂ ਦਾ ਓਢਣ, ਉੱਡਣਾ ਲੈਣਾ, ਰਜਾਈਆਂ ਦਾ ਲੈਣਾ, ਰਜਾਈਆਂ ਦਾ ਉੱਡਣਾ ਵੀ ਤੇਰੇ ਬਿਨਾ ਰੋਗ ਹੈ। ਜੇ ਤੂੰ ਕੋਲ ਨਹੀਂ ਤੇ ਲੱਖਾਂ ਐਸ਼ਵਰਜ ਜੀਵਨ 'ਚ ਹੋਣ, ਸੁਖ ਸਹੂਲਤਾਂ ਹੋਣ, ਸਭੇ ਆਨੰਦ ਮੰਗਲਮ ਨੇ, ਉਹ ਆਨੰਦ ਫਿੱਕੇ ਨੇ, ਉਹ ਕੌੜੇ ਨੇ ਜੇ ਤੂੰ ਨਹੀਂ ਹੈ, ਜੇ ਤੇਰੀ ਯਾਦ ਨਹੀਂ। ਤੇਰੇ ਤੋਂ ਬਿਨਾਂ ਰਜਾਈਆਂ ਦਾ ਨਿੱਕ ਵੀ ਰੋਗ ਹੈ। ਨਾਂਗ ਨਿਵਾਸਾਂ ਦੇ ਰਹਿਣਾ, ਉਹਨੂੰ ਭੁਲਾ ਕੇ ਲੱਖਾਂ ਭਾਵੇਂ ਬੜੀਆਂ ਬੇਸ਼ੁਮਾਰ ਕੀਮਤੀ ਸੇਜਾਂ ਹੋਣ ਤੇ ਇਸ ਤਰ੍ਹਾਂ ਹੈ ਜਿਵੇਂ ਕੋਈ ਨਾਂਗਾਂ ਦੇ ਨਾਲ ਜ਼ਹਿਰੀਲੇ ਸੱਪਾਂ ਨਾਲ ਸੁੱਤਾ ਪਿਆ ਹੋਵੇ। ਜੇ ਤੂੰ ਯਾਦ ਵਿੱਚ ਹੈ ਫਿਰ ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰ ਦਾ ਤੇ ਸੱਥਰ ਵੀ ਚੰਗਾ ਹੈ, ਉਹਦੀ ਦਿੱਤੀ ਹੋਈ ਕੰਡਿਆਂ ਦੀ ਸੇਜ ਵੀ ਭਲੀ ਹੈ। ਪੱਥਰ ਕੰਕਰ ਵਿਖੇ ਹੋਣ, ਉਹਦੇ ਤੇ ਆਰਾਮ ਕਰਦੇ ਹੋਈਏ, ਇਹ ਵੀ ਚੰਗਾ। ਯਾਰ ਦੇ ਸੱਥਰ ਵੀ ਭਲੇ ਨੇ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਤੇ ਹਜ਼ੂਰ ਨੇ ਕਿਹਾ ਪੱਠ ਖੇੜਿਆਂ ਦਾ ਰਹਿਣਾ, ਪੱਠ ਖੇੜਿਆਂ 'ਚ ਟੁੱਟਿਆ ਹੋਇਆਂ ਵਿੱਚ ਰਹਿਣਾ। ਤੇ ਕੀ ਗਾਇਆ, ਕੀ ਆਖਿਆ, ਪੜੋ ਸਾਰੀ ਸੰਗਤ ਉੱਚੀ ਆਵਾਜ਼ ਕਿਰਪਾ ਕਰਿਆ ਜੀ। ਜੀ ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਜੀ ਮਿੱਤਰ ਪਿਆਰੇ ਹੋਰ ਉੱਚੀ ਆਵਾਜ਼ ਪੜੋ ਥੋੜਾ ਜਿਹਾ। ਜੀ ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਜੀ ਮਿੱਤਰ ਪਿਆਰੇ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੁਧ ਬਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੁਧ ਬਿਨ ਨਾਂਗ ਨਿਵਾਸਾਂ ਦੇ ਰਹਿਣਾ। ਜੀ ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ। ਜੀ ਹਾਲ ਮੁਰੀਦਾਂ ਹਾਲ ਮੁਰੀਦਾਂ ਦਾ ਕਹਿਣਾ। ਜੀ ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ,
ਜੀ ਮਿੱਤਰ ਪਿਆਰੇ ਨੂੰ ਕਹਿਣਾ ਉਹ ਹਾਲ ਮੁਰੀਦਾ, ਕਲਮਾਂ ਛੋਟੀਆਂ ਪੈ ਗਈਆਂ। ਸਹਿਤੇ ਕਮਾਲ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਲਿਖ ਰਿਹਾ। ਹਕੀਮ ਅੱਲਾ ਯਾਰ ਖਾਂ ਜੋਗੀ ਨੂੰ ਮੈਂ ਇਹ ਸ਼ਹੀਦੀ ਦਾਸਤਾਨ ਦੀ ਵਿਚਾਰ ਦਾ ਧੁਰਾ ਬਣਾ ਕੇ ਤੁਰਨਾ ਹੈ। ਉਹ ਅਲਫਾਜ਼, ਉਹ ਅੱਖਰ ਬਾਕਮਾਲ ਨੇ। ਹਕੀਮ ਸਾਹਿਬ ਮਿਲ ਚਰਨ ਧੋ ਕੇ ਪੀਲਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰਿਆ, ਜਿਹੜੀ ਉਸਤਤ ਤੂੰ ਸਹਿਬੇ ਕਮਾਲ ਪਾਤਸ਼ਾਹ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੀਤੀ ਹੈ, ਇਹ ਕਿਸੇ ਹੋਰ ਦੇ ਹਿੱਸੇ ਵਿੱਚ ਨਹੀਂ ਆਈ। ਤੂੰ ਮੇਰੇ ਦਾਦੇ ਦਾ ਬਾਕਮਾਲ ਜੁੱਸਾ, ਹਿੰਮਤ, ਬਹਾਦਰੀ, ਸ਼ੂਰਬੀਰਤਾ, ਰਹਿਮਤਾਂ, ਕੁਰਬਾਨੀ, ਕੀ ਸ਼ਬਦ ਆਖਾਂ ਜਿਹੜੇ ਤੂੰ ਆਪਣੀ ਰਚਨਾ ਵਿੱਚ ਗੁੰਦ ਛੱਡੇ। ਤੇਰੀ ਕੀ ਬਾਤ ਹੈ, ਤੂੰ ਬੜੀ ਵੱਡੀ ਉਸਤਤ ਕੀਤੀ ਹੈ। ਉਹ ਲਿਖਦਾ ਹੈ, ਇਨਸਾਫ ਕਰੇ ਜੀ ਮੈਂ ਜਮਾਨਾ ਤੂੰ ਯਕੀ ਹੈ, ਇਨਸਾਫ ਕਰੇ ਜੀ ਮੈਂ ਜਮਾਨਾ ਤੂੰ ਯਕੀ ਹੈ। ਜਮਾਨਾ ਇਨਸਾਫ ਕਰੇ ਤੇ ਮੈਂ ਮੰਨਣਾ ਇਹ ਦੁਨੀਆ ਇਹ ਖਲਕਤ ਤੂੰ ਸੱਚੀ ਹੈ। ਜੇ ਤੁਸੀਂ ਆ ਦੁਨੀਆ ਦੇ ਲੋਕੋ ਇਨਸਾਫ ਨਾ ਕਰੋ ਤੇ ਮੈਂ ਕਹਿੰਦਾ ਇਹ ਸੰਸਾਰ ਇਹ ਦੁਨੀਆ ਤੂੰ ਝੂਠੀ ਹੈ। ਇਨਸਾਫ ਕਰੇ ਜੀ ਮੈਂ ਜਮਾਨਾ ਤੋਂ ਯਕੀ ਹੈ। ਉਹ ਕਹਿੰਦਾ ਕਹਿ ਦੋ ਗੁਰੂ ਗੋਬਿੰਦ का कोई सानी ही नहीं है। गुरु गोबिंद सिंह महाराज तेरा सानी कोई नहीं। अल्लाह यार खान जोगी कहता है, करतार की सुगंध नानक की कसम है, जितनी भी हो तारीफ गोविंद की वो कम है। हर चंद मेरे हाथ में पुरजोर कलम है, लिखूं सतगुरु के वसब कहां तापे रकम है। वो कहता हर चंद ਇਹਦਾ ਅਰਥ ਬੇਸ਼ੱਕ, ਹਰ ਚੰਦ ਮੇਰੇ ਹੱਥ में पुरजोर कलम है। मेरे हाथ में कलम है, लखारी को कलम होवे जो मर्जी लिख सकता। वो ना मेरे हाथ में कलम है, पर मेरी कलम में इन्नी ताकत नहीं मैं श्री गुरु गोबिंद सिंह महाराज दसम पातशाह दी खूबियां लिख सका। हर चंद मेरे हाथ में पुरजोर कलम है, लिखूं सतगुरु के वसब। वसब मीन खूबियां, गुरु गोबिंद सिंह महाराज ने खूबियां दसा। कहा ताबे रकम है, इहदा अर्थ है मेरी कलम विच इन्ना दम नहीं, इन्नी ताकत नहीं कि गुरु गोबिंद सिंह महाराज की वडियाई लिख सके। वो कहता मैं हाँ एक पानी की छाती ते बनया होया बुलबुला, ते कोई बुलबुले नूं आखे कमलिया समुंदर उत्ते पैदा होया, दस दे सागर समुंदर दी डुंगियाई की है, इहदियां ठल्लां बारे लहरां बारे कुछ ना कुछ दस दे। तो हकीम साहब लिखते ने, एक आंख से बुलबुला क्या कुल बहर को देखे, साहिल को मझधार को या लहर को देखे। एक अख दे नाल बुलबुला की वेखेगा, ठल्ला पैंदियां समुंदर विच वो तकेगा, या समुंदर की गहराई वेखेगा। ओदे कमले दे वस की बात नहीं कि पूर्ण समुंदर की वडियाई की है बयान कर सके। गुरु गोबिंद सिंह महाराज सच्चे पातशाह ने सागर हो कहते, उन्हां दी वडियाई अल्लाह यार खां जोगी एक बुलबुला की कर सकता है। एक आंख से बुलबुला क्या कुल बहर को देखे, साहिब को मझधार को या लहर को देखे।
ਵਡਿਆਈਆਂ ਹੀ ਐਸੀਆਂ। ਗਾਥਾ ਦੀ ਪ੍ਰੰਪਰਾ ਕਰ ਰਿਹਾ। ਸਨ 1675 ਬਾਜਾਂ ਵਾਲੇ ਪ੍ਰੀਤਮ 9 ਸਾਲ ਦੀ ਅਵਸਥਾ, ਨਾਮ ਸੀ ਗੋਬਿੰਦ ਰਾਏ। ਬਾਲ ਕ੍ਰੀੜਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਦੇ ਚਰਨਾਂ ਵਿੱਚ ਆਏ। ਵਾਹਿਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਗੋਦ ਵਿੱਚ ਆ ਬੈਠੇ ਤੇ ਕੀ ਵੇਖਿਆ? ਪਿਤਾ ਗੁਰੂ ਤੇਗ ਬਹਾਦਰ ਦੇ ਸਾਹਮਣੇ ਕੁਝ ਪੰਡਤ ਲੋਕ ਬੈਠੇ ਨੇ, ਨਿੱਕੇ ਨਿੱਕੇ ਬਾਲ ਨਿਆਣੇ ਸੀ, ਬੀਬੀਆਂ ਸਨ, ਰੋ ਰਹੇ ਨੇ, ਕਰਲਾਹਟ ਮਚਾਈ ਹੋਈ। ਇਤਿਹਾਸ ਕਹਿੰਦਾ 500 ਕਸ਼ਮੀਰੀ ਪੰਡਤ ਲੈ ਕੇ ਕਿਰਪਾ ਰਾਮ ਪੰਡਤ ਮਟਨ ਵਾਸੀ ਮਹਾਰਾਜ ਦੇ ਹਜ਼ੂਰ ਹਾਜ਼ਰ ਹੋਇਆ ਕਿ ਸਤਿਗੁਰੂ ਪਾਤਸ਼ਾਹ ਔਰੰਗਜ਼ੇਬ ਤਿਲਕ ਤੇ ਜੰਜੂ ਨੂੰ ਮੁਕਾਉਣ ਤੇ ਤੁਲਿਆ ਹੋਇਆ ਹੈ, ਕਿਰਪਾ ਕਰੋ, ਢਾਰਸ ਦਿਓ, ਦਇਆ ਕਰੋ, ਸਾਡੇ ਰੁੜਦੇ ਹੋਏ ਧਰਮ ਨੂੰ ਬਚਾ ਲਓ। ਸਾਖੀ ਦੱਸਦੀ ਹੈ, ਇਤਿਹਾਸ ਦਾ ਪੰਨਾ ਹੈ, ਉਹ ਬਾਲ ਨਿਆਣੇ ਰੋ ਰਹੇ ਸਨ ਤੇ ਬੜੇ ਖਿੜੇ ਮੱਥੇ ਨਾਲ ਆਏ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਦੀ ਗੋਦ ਵਿੱਚ। ਆਖਿਆ, ਬਾਪੂ ਇਹ ਕੌਣ ਨੇ ਜਿਹੜੇ ਰੋ ਰਹੇ ਨੇ? ਇਹਨਾਂ ਨੂੰ ਕੀ ਤਕਲੀਫ ਹੈ? ਇਹਨਾਂ ਦਾ ਦੁੱਖ ਕੀ ਹੈ? ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੇਟਾ ਇਹਨਾਂ ਦੇ ਧਰਮ ਦਾ ਪਤਨ ਹੋ ਰਿਹਾ ਹੈ। ਔਰੰਗਜ਼ੇਬ ਇਹਨਾਂ ਦਾ ਧਰਮ ਖਤਮ ਕਰ ਰਿਹਾ ਹੈ। ਇਹਨਾਂ ਦਾ ਧਰਮ ਰਵੇ, ਇਸ ਵਾਸਤੇ ਗੁਹਾਰ ਲਾਉਣ ਆਏ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ, ਜੀ ਫਿਰ ਇਹਨਾਂ ਦੇ ਧਰਮ ਦਾ ਬੇੜਾ ਬਚਾਓ, ਜਿਸ ਵਾਸਤੇ ਇਹ ਧਰਮ ਦੀ ਰੱਖਿਆ ਕਰੋ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੀ ਸਰਕਾਰ ਕਹਿੰਦੇ, ਬੇਟਾ ਧਰਮ ਇਹਨਾਂ ਦਾ ਬਚੇਗਾ, ਕਿਸੇ ਸੂਰਬੀਰ ਯੋਧੇ ਤਪਸਵੀ ਦਾ ਸੀਸ ਲੱਗੇਗਾ, ਧਰਮ ਦਾ ਬੇੜਾ ਬਚ ਜਾਏਗਾ। ਤੇ ਇੱਕ ਵਾਰੀ ਨਹੀਂ ਵਿਚਾਰਿਆ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਬਾਪੂ ਤੇਰੇ ਤੋਂ ਵੱਡਾ ਰਾਜਯੋਗੀ ਤਪਸਵੀ ਕੌਣ? ਤੁਸੀਂ ਸੀਸ ਦਿਓ ਤੇ ਇਹਨਾਂ ਹਿੰਦੀਆਂ ਦੇ ਧਰਮ ਦਾ ਰੁੜਦਾ ਹੋਇਆ ਬੇੜਾ ਬਚ ਜਾਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮੁਖ ਤੇ ਹੱਥ ਫੇਰਿਆ। ਬਾਜਾਂ ਵਾਲੀ ਸਰਕਾਰ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੜਾ ਸਨੇਹ ਕੀਤਾ ਹੈ। ਆਖਿਆ, ਬੇਟਾ ਤੇਰੇ ਤੋਂ ਇਹ ਹੀ ਉਮੀਦ ਸੀ ਸਾਨੂੰ। ਤੇ ਨਾਲ ਹੀ ਕਿਹਾ, ਉਹਨਾਂ ਪੰਡਤਾਂ ਨੂੰ ਆਖਿਆ, ਜਾਓ ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ, ਸਾਨੂੰ ਇੱਕ ਇੱਕ ਨੂੰ ਪਕੜ ਕੇ ਤਸੀਹੇ ਦੇ ਕੇ ਜਬਰੀ ਲਾਲਚ ਦੇ ਕੇ ਧਰਮ ਤਬਦੀਲ ਕਰਾਉਣ ਦੀ ਲੋੜ ਨਹੀਂ। ਇੱਕੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨੂੰ ਮੁਸਲਮਾਨ ਬਣਾ ਲਓ, ਉਹ ਸਤਿਗੁਰਾਂ ਨੂੰ ਮੁਸਲਮਾਨ ਕਰ ਲਓ, ਅਸੀਂ ਸਾਰੇ ਆਪੇ ਨੂੰ ਆਪ ਮੁਸਲਮਾਨ ਹੋ ਜਾਵਾਂਗੇ, ਅਸੀਂ ਸ਼ਰਅ ਕਬੂਲ ਕਰ ਲਾਂਗੇ। ਤੇ ਉਹਨਾਂ ਨੂੰ ਢਾਰਸ ਦਿੱਤੀ। ਰਾਮ ਨਾਰਾਇਣ ਦਰਦੀ ਸਾਹਿਬ ਹੋਰਾਂ ਨੇ 17 ਲਿਖੀਆਂ, ਧਿਆਨ ਦਿਆ ਜੀ। ਉੱਥੇ ਹਜ਼ੂਰ ਨੇ ਜਿਹੜੀ ਗੱਲ ਆਖੀ, ਸਤਿਗੁਰੂ ਕਿਆ ਬੱਚਿਓ ਤੁਸੀਂ ਘਰੀ ਜਾਓ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਹਿੰਦੂ ਧਰਮ ਦੇ ਬੁੱਧ ਰਹੇ ਦੀਵੇ ਅੰਦਰ, ਤੇਲ ਆਪਣੇ ਖੂਨ ਦਾ ਪਾਂਗਾ ਮੈਂ। ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ। ਹਿੰਦੂ ਮੰਦਰਾਂ ਦੇ ਵਿੱਚ ਅੱਜ ਵੀ ਖੂਨ ਤੇਗ ਬਹਾਦਰ ਦਾ ਵਗਦਾ। ਇਸ ਗੱਲ ਨੂੰ ਹਿੰਦੁਸਤਾਨ ਭੁੱਲ ਗਿਆ। ਜੇ ਇਹ ਹਿੰਦ ਭੁੱਲਿਆ ਨਾ ਹੁੰਦਾ ਤੇ ਮੈਂ ਥਾਂ ਥਾਂ ਤੇ ਬੇਨਤੀ ਕਰਦਾ ਆ ਇਹਨਾਂ ਸਮਾਗਮਾਂ ਵਿੱਚ, ਸਾਧ ਸੰਗਤ ਜੀ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਸ਼੍ਰੀ ਹਰਮੰਦਰ ਸਾਹਿਬ ਸਿੱਖ ਦਾ ਹਿਰਦਾ ਹੈ, ਤੇ ਸਿੱਖ ਦਾ ਹਿਰਦਾ ਨਾ ਵਲੂੰਦਰਿਆ ਜਾਂਦਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੰਦਰਾਂ ਦੀ ਬਿਪਤੀ ਨਾ ਹੁੰਦੀ। ਜੇ ਹਿੰਦ ਇਸ ਗੱਲ ਨੂੰ ਭੁੱਲਿਆ ਨਾ ਹੁੰਦਾ ਤਾਂ ਜਿਨ੍ਹਾਂ ਵਾਸਤੇ ਸੀਸ ਦਿੱਤਾ ਉਹ ਹਿੰਦੁਸਤਾਨ ਹੀ
ਮੇਰੇ ਬਾਪੂ ਦੇ ਘਰ ਦੀ ਪੱਗ ਨੂੰ ਹੱਥ ਪਾਉਂਦੇ, ਬੇਅਦਬੀ ਕਰਦੇ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਪਰ ਇੱਥੇ ਤਾਂ ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਇਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਿਮਾ ਕੋਈ ਵਡਿਆਈ ਘਟ ਜਾਣੀ ਗੁਰੂ ਸਵਾਰੇ। ਗੁਰੂ ਰਾਮਦਾਸ ਮਹਾਰਾਜ ਦੇ ਮੰਦਰਾਂ ਦੀ ਸ਼ੋਭਾ ਤੇ ਹੋਰ ਵੱਧ ਜਾਣੀ। ਰਾਮ ਨਾਰਾਇਣ ਦਰਦੀ ਸਾਹਿਬ ਲਿਖਦੇ ਨੇ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ। ਹਿੰਦੂ ਮੰਦਰਾਂ ਦੇ ਵਿੱਚ ਅੱਜ ਵੀ ਖੂਨ ਤੇਗ ਬਹਾਦਰ ਦਾ ਬਲ ਹੈ। ਹਿੰਦੂ ਮੰਦਰਾਂ ਵਿੱਚ ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਖੂਨ ਬਲ ਰਿਹਾ ਹੈ। ਇਸ ਗੱਲ ਨੂੰ ਹਿੰਦੁਸਤਾਨ ਭੁੱਲ ਚੁੱਕਾ ਹੈ। ਛਵਿਆਲਿਆਂ ਵਿੱਚ ਵੱਜਦੇ ਹੋਏ ਟੱਲ, ਇਹ ਘੰਟੀਆਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਦਕਾ ਹੈ। ਕਵੀ ਰਾਜ ਕਵੀ ਸੰਤੋਖ ਸਿੰਘ ਹੋਰਾਂ ਲਿਖਿਆ ਹੈ, ਸਾਰੇ ਪਾਸੇ ਇੱਕੋ ਹੀ ਇਸਲਾਮ ਧਰਮ ਹੋ ਜਾਣਾ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਨੂੰ ਕੁਰਬਾਨੀ ਵਾਸਤੇ ਨਾ ਤੋਰਦੇ। ਐਵੇਂ ਨਹੀਂ, ਕਵੀਆਂ ਦੀ ਕਲਮਾਂ ਦੇ ਵਿੱਚੋਂ ਇਹ ਉਸਤਤ ਦੇ ਬੋਲ ਨਿਕਲੇ, ਦੁਖੀਆਂ ਲਈ ਪਿਤਾ ਤੋਰਦਾ ਦਿੱਲੀ ਕੁਰਬਾਨੀ ਨੂੰ, ਕਵੀਆਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ। ਹਾਜੀ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ। ਐਵੇਂ ਨਹੀਂ ਕਹਿ ਦਿੱਤਾ। ਭਾਈ ਸੰਤੋਖ ਸਿੰਘ ਲਿਖਦੇ ਨੇ, ਸ਼ਾਇ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕੁਤੇਬਨ ਕੁਰਾਨ ਕੀ। ਧਰਮ ਤੇ ਸਕ ਜਾਤੇ ਪਾਪ ਤੇ ਸਕ ਜਾਤੇ, ਧਰਮ ਗਰਕ ਜਾਤੇ ਸਹਿਜ प्रधान की। देवी देव जोरे संतोख सिंगा दूर होते, रीत मिट जाती तथा वेतन पुराण की। श्री गुरु गोबिंद सिंह पावन परम स्वरूप, मूर्त ना जाओ होती कृपा निधान की। तुझ टकाब बख्शो, छोटी मोटी हिलचुल कीती जांदे हो। नहीं साध संगत जी, थोड़ा जा समय कुछ ग्रहण करके जाना, ये बड़े कीमती पन्ने हैं। वो कहते देवी देव जो गए संतोख सिंगा दूर होते, रीत मिट जाती तथा वेतन पुराण की। श्री गुरु गोबिंद सिंह पावन परम स्वरूप, मूर्त ना जाओ होती कृपा निधान की। मूर्त ना जाओ होती कृपा निधान की। जे गुरु गोबिंद सिंह महाराज दसम पातशाह, वो कृपा वो करुणा दा घर, वो मेरा दाता ना हुंदा, वेदां ते पुराणां दी छवियालियां दी रीत ही मिट जानी सी। ਅੱਜ ਇਹ ਹਿਸਟਰੀ ਵਿੱਚੋਂ ਪੜ੍ਹਨਾ ਸੀ ਵੀ ਕਦੇ ਮੰਦਰ ਹੁੰਦੇ ਸੀ ਹਿੰਦੁਸਤਾਨ ਦੀ ਧਰਤੀ ਤੇ। ਸਾਰੇ ਪਾਸੇ ਮੁਹੰਮਦ ਮੁਲਕ ਹੋ ਜਾਣਾ ਸੀ, ਮੁਹੰਮਦੀ ਰਾਜ ਹੋ ਜਾਣਾ ਸੀ, ਮਸੀਤਾਂ ਚਿਣ ਦਿੱਤੀਆਂ ਜਾਣੀਆਂ ਸੀ। ਤਾਂ ਤੇ ਬੁੱਲੇ ਸ਼ਾਹ ਵਰਗੇ ਫਕੀਰ ਨੇ ਆਖਿਆ, बात ना कहूं अब की, बात ना कहूं कब की। अगर ना होते गुरु गोबिंद सिंह तो सुन्नत होती सब की। गुरु गोबिंद सिंह महाराज ना होंदे ते सारियां दी सुन्नत होनी सी। इत्थे कोई नहीं सी रहना, सारे पासे मुसलमान धर्म कर देना सी औरंगजेब ने। पिता जी नूं तोरिया गुरु गोबिंद सिंह महाराज दसम पातशाह ने आख्या, बापू जाओ कुर्बानी दिओ। कुर्बानी देने वास्ते गुरु तेग बहादुर साहब महाराज गए दिल्ली, उन्हें सीस दिता। उथे जलाद आया जलालुद्दीन, ते उन्हें तेग खिंची, उन्हें कृपान खिंची ते वो चंडी नूं हिलाया।
3 ਸਿੱਖਾਂ ਦੀਆਂ ਸ਼ਹਾਦਤਾਂ ਹੋ ਗਈਆਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਮਣੇ ਜਲਾਦ ਤੇਗ ਲੈ ਕੇ ਆਇਆ ਚਾਂਦਨੀ ਚੌਕ, ਉੱਥੋਂ ਦੀ ਵਿਥਿਆ ਜੇ। ਤੇ ਹਜ਼ੂਰ ਪੁੱਛਦੇ ਨੇ, ਐ ਜਲਾਦ ਤੂੰ ਮੈਨੂੰ ਡਰਾਉਣਾ ਹੈ? ਆ ਤਲਵਾਰ ਨੂੰ ਲਿਸ਼ਕਾ ਕੇ ਸਾਨੂੰ ਡਰਾਉਣਾ ਚਾਹੁੰਦਾ? ਉਹ ਨਹੀਂ ਸੱਜਣਾ, ਇਹ ਤੇਗ ਅਸੀਂ ਵਾਹੀ ਵੀ ਚੰਗੀ ਹੈ ਤੇ ਤੇਗ ਸਹਿਣੀ ਵੀ ਚੰਗੀ ਹੈ। ਉੱਥੇ ਕੁਝ ਗੱਲਾਂ ਸ਼ਹਾਦਤ ਦਾ ਜਾਮ ਪੀਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਿੱਥੋਂ ਇਹਨਾਂ ਸਾਕਿਆਂ ਦਾ ਮੁੱਢ ਵੱਜਿਆ, ਮੈਂ ਉਹ ਅਰਜ਼ ਕਰ ਰਿਹਾ। ਏਡੀਆਂ ਵੱਡੀਆਂ ਕੁਰਬਾਨੀਆਂ ਕਿਵੇਂ ਹੋਈਆਂ? ਤੱਤੀ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਮਹਾਰਾਜ ਚਾਂਦਨੀ ਚੌਕ ਸੀਸ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ, ਕੌਮ ਵਿੱਚ ਵੱਖਰੀ ਰੂਹ ਫੂਕ ਦਿੱਤੀ। ਉੱਥੇ ਲਿਖਿਆ ਹੈ ਕੁਝ ਗੱਲਾਂ ਜਲਾਦ ਦੇ ਨਾਲ ਮੁਖਾਤਬ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤੀਆਂ ਤੇ ਕੁਝ ਵਚਨ ਔਰੰਗਜ਼ੇਬ ਬਾਦਸ਼ਾਹ ਨੂੰ ਕਹੇ ਨੇ। ਹਜ਼ੂਰ ਕਹਿੰਦੇ ਨੇ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ। ਜਲਾਦ ਨੂੰ ਕਹਿੰਦੇ, ਮੈਂ ਤੇਗ ਬਹਾਦਰ ਹਾਂ ਤੇ ਤੂੰ ਤੇਗ ਖਿੱਚ ਲਾ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ। ਇੱਕ ਦੋ ਨਹੀਂ ਪਰਖ ਲਈ 100 ਤੇਗਾਂ। ਉਹ ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ। ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਬਾਪੂ ਨੇ ਪਹਿਨੀਆਂ ਸੀ 2 ਤੇਗਾਂ। 2 ਤੇਗਾਂ ਪਹਿਨੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਿਤਾ ਨੇ। 9ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਛੋਟੇ ਪੁੱਤਰ ਨੇ। ਸੰਤਾਨ ਵਿੱਚ 6 ਬੱਚੇ ਸਨ ਮਹਾਰਾਜ ਜੀ ਦੇ, 5 ਪੁੱਤਰ ਤੇ 1 ਬੀਬੀ ਵੀਰੋ ਬੱਚੀ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੀ ਸਰਕਾਰ। 5 ਸੁਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਤਿਹਾਸ ਪੜ੍ਹੋ। ਸਾਹਿਬ ਕਹਿੰਦੇ ਨੇ, ਮੇਰੇ ਬਾਪੂ ਨੇ ਪਹਿਨੀਆਂ ਸੀ 2 ਤੇਗਾਂ। ਆਖਿਆ ਕਿ ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ ਲੈ ਕੇ ਪਰਖਦਾ ਰਿਹਾ ਸੀ ਤੇਰਾ ਪਿਓ ਤੇਗਾਂ। ਔਰੰਗਜ਼ੇਬ ਤੇਰਾ ਪਿਓ ਤੇਗਾਂ ਖਿੱਚ ਕੇ ਆਉਂਦਾ ਰਿਹਾ ਤੇ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਹਾਦਰੀ ਨੂੰ ਪਰਖਦਾ ਰਿਹਾ। ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ ਲੈ ਕੇ ਪਰਖਦਾ ਰਿਹਾ ਸੀ ਤੇਰਾ ਪਿਓ ਤੇਗਾਂ। ਤੇ ਹਜ਼ੂਰ ਨੇ ਆਖਿਆ, 9ਵੇਂ ਪਾਤਸ਼ਾਹ ਬਚਨ ਕਹਿੰਦੇ ਆ, ਹੁਣ ਵੇਖੀ ਆਉਂਦੇ ਭਵਿੱਖ ਸਮੇਂ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਯੋ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਹੂਗੀ ਤੇਰੀਆਂ ਖੂਹ ਤੇਗਾਂ। ਉਹਨਾਂ ਦੀ ਤੇਗ ਵਿੱਚੋਂ 2 ਧਾਰਾ ਖੰਡਾ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੇਰਿਆ। ਖਾਲਸਾ ਪ੍ਰਗਟ ਹੋਇਆ। ਖਾਲਸੇ ਨੇ ਲੱਖਾਂ ਤੇਗਾਂ ਔਰੰਗਜ਼ੇਬ ਦੀਆਂ ਚਮਕੌਰ ਦੀ ਗੜੀ ਵਿੱਚ ਖੁੰਡੀਆਂ ਕਰ ਦਿੱਤੀਆਂ। ਧਿਆਨ ਦਿਓ, ਪਿਤਾ ਦੀ ਸ਼ਹਾਦਤ ਹੋ ਗਈ। ਆਨੰਦਪੁਰ ਸਾਹਿਬ ਤਖਤ ਤੇ ਬਿਰਾਜਮਾਨ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਬੇ ਕਮਾਲ ਪਾਤਸ਼ਾਹ। ਇੱਥੇ ਪ੍ਰਸ਼ਾਦੀ ਹਾਥੀ ਆਏ ਨੇ ਮੇਰੇ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਇੱਥੇ ਯੋਧਿਆਂ ਦੀ ਫੌਜ ਬਣੀ, ਖੰਡੇ ਬਾਟੇ ਦੀ ਪੌਲ ਦੇ ਕੇ ਖਾਲਸਾ ਸਜਾਇਆ। ਉਹ ਲੋਕ ਖੜੇ ਕਰ ਦਿੱਤੇ ਜਿਹੜੇ ਕਹਿੰਦੇ ਸੀ ਕਾਮ ਹਮਾਰਾ ਕੋਲਨ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੱਡੇ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਚਿੜੀਆਂ ਵਰਗੇ ਲੋਕਾਂ ਵਿੱਚ ਰੂਹ ਫੂਕ ਦਿੱਤੀ। ਬਾਜਾਂ ਵਾਲੇ ਪ੍ਰੀਤਮ ਸਤਿਗੁਰੂ ਨੇ ਫੌਲਾਦ ਖੜੇ ਕਰ ਦਿੱਤੇ। ਖੰਡੇ ਬਾਟੇ ਦੀ ਪੌਲ ਦੇ ਕੇ ਜਾਤਾਂ ਵਰਨਾਂ ਦੇ ਭੇਦ ਮਿਟਾ ਦਿੱਤੇ। कवि लिखता है, क्या दशमेश पिता तेरी बात कहूं, तूने जो परोपकार किए, एक खालसा पंथ सजा, जातों के भेद निकाल दिए। दुनिया के लोगों ऐसा है उस पंथ वतन की खिदमत में कहीं बाप दिया कहीं लाल दिए। उन्हें किते पुत्र दिते ने,
किते मां तोरी है ते किते अपने पिता की शहादत दी। साध संगत जी, सारे पासे आनंद सी, मंगलम सन। गुरु गोबिंद सिंह महाराज के चरणों में बड़ी मौज है। सतगुरु पातशाह की शानो शौकत दिल्ली तखत के राजे औरंगजेब को नहीं पाई। भीमचंद कहलूरी राजा गुरु गोबिंद सिंह महाराज की महिमा वेख के जर नहीं पा रहा ते उन्हें हजूर सच्चे पातशाह जी के उपर फौज चढ़ाई। भीमचंद कहलूरी राजा, ये सारे राजे इकट्ठे होके आए। औरंगजेब दी फौजां आईयां ते सन 1704 मई की विथ्या गुरु गोबिंद सिंह महाराज जी के आनंदपुर साहब नूं घेरा पाया। इतिहास कहता है कि साध संगत जी, यह घेरा दसंबर तक रहा। इस घेरे विच ना तो कोई बाहर जा सकता है ते ना बाहरों कोई अंदर आ सकता। खाण पीण दियां रस्तां बस्तां इन्हां 7-8 महीनों में अंदरों मुक गईयां। गुरु के सिंह कई भुख ते नूं ना जरदे होए शहादत दा जाम पी गए। बड़े शैल छबीले घोड़े, उन्हां नूं कोई शकण शिकार नूं नहीं, घोड़ियां ने दम तोड़िया। ते इस घेरे दौरान गुरु खालसा जी आनंदपुर साहब के अंदर रहने वाले सिखा ने अंदर दरख्तां दे पत्ते धू के खा के गुजारा किया। दरख्तां दे सक ला के खा के गुजारा किया। घोड़े वट के खाधे ते आखिरकार मुगलिया हुकूमत ने ते पहाड़ी राजा ने कसम खाधी। पहाड़ियां ने गऊ हिंदू सन, उन्हें गऊ आटे की बना के पेश की। औरंगजेब बादशाह ने कुरान उत्ते अपने साइन करके एक पत्र लिख भेजा, सानू कसम है कुरान दी ते गऊ दी, गुरु गोबिंद सिंह महाराज तुसी आनंदपुर साहब छड़ जाओ, असी तुहानू कुछ नहीं कवांगे। साखी दसदी है, सिंघा ने आख्या, खालसे ने क्या, गुरु के प्यारे आख्या, महाराज कसमा खा रहे हैं, आप आनंदपुर साहब छड़ जाइए। उन्हें यह भी लिखा सी कि तुसी एक बारी आनंदपुर साहब छड़ जाओ ते साहिब कमाल पातशाह थोड़े जे समय बाद कुछ 6 महीने साल गुजरनगे फिर आ जाओ। इसे तरह ही आनंदा दी पूरी आबाद करो। इतिहास कहता है सतगुरु पातशाह ने खालसे नूं आख्या, गुरु के सिखो इन्हां दीयां कसमां ते यकीन ना करो, तुसी आनंदपुर साहब तो कदम बाहर रखो, इन्हां तेगां धूके तुहाडे गल पै जाए। सिंह आख्या नहीं जी, कह रहे ने आपां छड्ड जाइए। ते 6 ते 7 पोह दी विचाली रात नूं गुरु साहब ने आनंदपुर साहब छड्डिया। साध संगत वजों दिओ 6 पोह सन 1704 नूं गुरु गोबिंद सिंह महाराज जी ने आनंदपुर साहब छड्डिया। सैकड़ियां दा गुरु साहब दा वहीर बाजां वाले प्रीतम अपने 4 साहिबजादियां नूं नाल लैके, 5 प्यारियां नूं नाल लैके, सिंघां नूं नाल लैके आनंदां दी पुरी तो निकले। शाम सी 6 पोह दी, तिखी बारिश हो रही सी। साखी कहती मोड़े धारमी वरसदा है, सर्दी है, ठक्का चलदा है, तिखी हवा हड्डां नूं चीरदी है। ते ओ गुरु के सिंह, गुरु का खालसा, गुरु का परिवार कई दिनां दे भुखे लताड़े। उन्हां दे तन उपर कोई मोटा बस्तर नहीं सी,
ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਿਤਾ ਦੇ ਪਿਆਰ 'ਚ ਤੁਰੇ ਜਾ ਰਹੇ। ਸਾਖੀ ਦੱਸਦੀ ਹੈ, ਚੱਲਦਿਆਂ ਚੱਲਦਿਆਂ ਅਜੇ ਕੀਰਤਪੁਰ ਸਾਹਿਬ ਆਇਆ। ਉੱਥੇ ਬਾਬਾ ਸੂਰਜਮਲ 6ਵੇਂ ਪਾਤਸ਼ਾਹ ਦੀ ਸੰਤਾਨ ਉਹਦੇ ਅਗਾਂ ਪੈਰੋਕਾਰ ਮਿਲੇ। ਹਜ਼ੂਰ ਨੇ ਬਖਸ਼ਾਂ ਦੇ ਕੇ ਨਵਾਜਿਆ। ਜਿਵੇਂ ਕੀਰਤਪੁਰ ਸਾਹਿਬ ਤੋਂ ਵਹੀਰ ਅੱਗੇ ਲੰਘਿਆ, ਤੁਰਕ ਤੇ ਪਹਾੜੀ ਫੌਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੂਹ ਦੇ ਉੱਪਰ ਇਸ ਖਾਲਸੇ ਤੇ ਹੱਲਾ ਬੋਲ ਦਿੱਤਾ। ਖੰਡੇ ਨਾਲ ਖੰਡਾ ਖੜਕਣ ਲੱਗਾ, ਘਮਾਸਾਨ ਯੁੱਧ ਹੋਣ ਲੱਗਾ। ਸਾਰੀ ਰਾਤ ਲੜਦਿਆਂ ਲੰਘ ਗਈ। ਸਰਸਾ ਦਾ ਕੰਢਾ ਆ ਗਿਆ। ਹਜੂਰ ਪੁੱਛਦੇ ਨੇ, ਪਿਆਰੇ ਭਾਈ ਦਇਆ ਸਿੰਘ ਜੀ, ਕੀ ਸਮਾਂ ਹੈ? ਬਾਜਾਂ ਵਾਲੇ ਪ੍ਰੀਤਮ, ਤਾਰੇ ਦਾ ਨਿੰਮਾ ਜਾਂ ਤਾਰਾ ਟਿਮਟਮਾਉਂਦਾ ਹੈ। ਸੇਧ ਲਾ ਕੇ ਆਖਿਆ, ਮਹਾਰਾਜ ਅੰਮ੍ਰਿਤ ਵੇਲਾ ਹੋਣ ਵਾਲਾ ਹੈ। ਰਾਤ ਗਹਿਰੀ ਹੋ ਜਾਏ ਤੇ ਅੰਮ੍ਰਿਤ ਵੇਲਾ ਹੋਣ ਵਾਲਾ ਹੋ ਜਾਂਦਾ। ਭਾਈ ਦਇਆ ਸਿੰਘਾ, ਅੰਮ੍ਰਿਤ ਵੇਲੇ ਦਾ ਆਪਣਾ ਕੀ ਨੇਮ ਸੀ? ਆਖਿਆ, ਬਾਜਾਂ ਵਾਲੇ ਪ੍ਰੀਤਮ, ਗੁਰੂ ਦਰਬਾਰ ਦੀ ਇਹ ਵਡਿਆਈ ਹੈ, ਇਹ ਮਰਿਆਦਾ ਹੈ। ਅੰਮ੍ਰਿਤ ਵੇਲੇ ਦੀਵਾਨ ਸਜਦੇ। ਆਪਾਂ ਆਨੰਦਪੁਰ ਸਾਹਿਬ ਆਸਾ ਦੀ ਵਾਰ ਗਾਉਂਦੇ ਸਾਂ। ਹਜੂਰ ਨੇ ਆਖਿਆ, ਸਰਸਾ ਦਾ ਕੰਢਾ ਆ ਗਿਆ। ਸਾਹਿਬ ਕਹਿੰਦੇ, ਦੀਵਾਨ ਸਜਾਓ। ਸਤਿਗੁਰੂ, ਪਿੱਛੇ ਦੁਸ਼ਮਣ ਚੜ ਕੇ ਆ ਰਿਹਾ ਹੈ, ਆਪ ਕਹਿੰਦੇ ਦੀਵਾਨ ਸਜਾਈਏ, ਆਸਾ ਦੀ ਵਾਰ ਗਾਈਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਭਾਈ ਦਇਆ ਸਿੰਘਾ, ਆਸਾ ਦੀ ਵਾਰ ਸਿੱਖ ਦੇ ਜੀਵਨ ਦੀ ਰਾਸ ਹੁੰਦੀ ਏ। ਜਿੱਦਣ ਆਸਾ ਦੀ ਵਾਰ ਸਿੱਖ ਦੇ ਜੀਵਨ ਵਿੱਚੋਂ ਚਲੀ ਗਈ, ਇਹਨੂੰ ਦੁਸ਼ਮਣ ਜਿੱਥੇ ਮਰਜ਼ੀ ਘੇਰ ਕੇ ਮਾਰ ਦੇ। ਆਸਾ ਦੀ ਵਾਰ ਤੇ ਆਤਮਿਕ ਜੀਵਨ ਹੈ। ਖਿਮਾ ਕਰਿਓ, ਬਾਜਾਂ ਵਾਲੇ ਪ੍ਰੀਤਮ ਨੇ ਆਸਾ ਦੀ ਵਾਰ, ਮੋਹਲੇਦਾਰ ਬਾਰਿਸ਼ ਹੁੰਦੀ, ਤਿੱਖੀ ਹਵਾ ਚੱਲਦੀ, ਪੋਹ ਦੀਆਂ ਕਕਰੀਲੀਆਂ ਰਾਤਾਂ, ਇਹ ਝੇਲ ਕੇ ਤੇ ਅੰਮ੍ਰਿਤ ਵੇਲਾ ਸੰਭਾਲਿਆ ਹੈ। ਆਪਾਂ ਨੂੰ ਤੇ ਪਤਾ ਹੀ ਨਹੀਂ ਆਸਾ ਦੀ ਵਾਰ ਹੁੰਦੀ ਕਿੱਥੇ। ਮੇਰੇ ਬੜੇ ਅਜੀਜ਼ ਭਾਈ ਸੁਖਜਿੰਦਰ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਹੁੰਚ ਗਏ। ਗੁਰੂ ਘਰ ਦੇ ਮਹਾਨ ਕੀਰਤਨੀਏ, ਬੜਾ ਕੰਠ ਦਿੱਤਾ ਬਾਜਾਂ ਵਾਲੇ ਪ੍ਰੀਤਮ ਨੇ ਇਹਨਾਂ ਨੂੰ। ਇਹ ਗਾਉਂਦੇ ਐ ਆਸਾ ਦੀ ਵਾਰ, ਕੱਲੇ ਗਾਉਂਦੇ ਐ। ਗੁਰੂ ਘਰ ਕੀਰਤਨ ਤਾਂ ਹੁੰਦਾ ਆਸਾ ਦੀ ਵਾਰ ਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਤ ਨਹੀਂ। ਆਪਾਂ ਆਸਾ ਦੀ ਵਾਰ ਕੰਨ ਧਰਦੇ ਨਹੀਂ। ਤੁਹਾਡੇ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਦੇ ਕੰਢੇ ਤੇ ਦੁਸ਼ਮਣ ਪਿੱਛੇ ਲੋਹੇ ਨਾਲ ਲੋਹਾ ਵਜਾ ਰਿਹਾ ਤੇ ਆਸਾ ਦੀ ਵਾਰ ਨਹੀਂ ਖੁੱਲਣ ਦਿੱਤੀ। ਮੇਰਾ ਸਮਾਂ ਹੋ ਗਿਆ। ਵੈਸੇ ਮੈਂ ਅੱਲਾ ਯਾਰ ਖਾਂ ਜੋਗੀ ਦੀ ਕਿਤਾਬ ਹੀ ਹੁਣ ਖੋਲਣ ਲੱਗਾ ਸੀ। ਪਹਿਲਾਂ ਸਾਧ ਸੰਗਤ ਜੀ ਤੁਸੀਂ ਵੀ ਥੋੜਾ ਟਿਕਾ ਨਹੀਂ ਬਖਸ਼ਿਆ। ਉੱਥੇ ਖੈਰ ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ, ਥਾ ਸਰ ਕੇ ਵਕਤ ਆ ਗਿਆ आशा की वार का, उस दम जपजी का जाप करना जरूर था, पढ़ के गुरु ग्रंथ की बाणी भरना जरूर था। ਇਹ ਅੰਤਲਾ ਦੀਵਾਨ ਸੀ ਅੰਮ੍ਰਿਤ ਵੇਲੇ ਦਾ, ਜਿਸ ਦਿਨ ਬਾਜਾਂ ਵਾਲੇ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਸਾਹਮਣੇ 4 ਸਾਹਿਬਜ਼ਾਦੇ ਸਜੇ ਨੇ, 5 ਪਿਆਰੇ ਹਜ਼ੂਰ ਦੇ ਸਮਕਸ਼ ਬੈਠੇ ਨੇ। ਗੁਰੂ ਕੇ ਮਹਿਲ ਭਾਈ ਮਨੀ ਸਿੰਘ ਉਹਨਾਂ ਦੇ ਨਾਲ ਨੇ, ਮਾਤਾ ਗੁਜਰ ਕੌਰ ਦੋਵਾਂ ਲਾਲਾਂ ਨੂੰ ਨਾਲ ਲੈ ਕੇ ਬੈਠੀ ਹੋਈ ਹੈ, ਤੇ ਗੁਰੂ ਦਾ ਖਾਲਸਾ ਸੈਂਕੜਿਆਂ ਦੇ ਰੂਪ ਵਿੱਚ ਹੈ। ਤੇ ਮੈਂ ਤਵਾਰੀਖ ਦੇ ਪੰਨੇ ਪੜ੍ਹੇ, ਵਿਦਵਾਨ ਕਹਿੰਦਾ ਹੈ ਅੱਜ ਦੀ ਆਸਾ ਦੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਆਪ ਕੀਰਤਨ ਕੀਤਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ 5 ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ, ਸਮਾਪਤੀ ਹੋਈ। ਹਜੂਰ ਨੇ ਕਿਹਾ ਖਾਲਸਾ ਜੀ ਸਰਸਾ ਪਾਰ ਕਰੋ, ਮੈਂ ਚਮਕੌਰ ਦੀ ਗੜੀ ਤੇ ਸਮਾਪਤੀ ਕਰ ਦੇਣੀ। ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ ਗੁਰੂ ਦਾ ਖਾਲਸਾ ਪਾਰ ਲੰਘਣ ਲੱਗਾ,
बड़े लंबे समय तो भुखे लताड़े घोड़े ते सिंह कमजोर सन। सरसा विच हड़ आया होया है। उस सरसा दे विच गुरु के सिख घोड़ियां समेत असवार रुड़ गए। बेशुमार कीमती खजाना बाजा वाले प्रीतम दा सरसा दी भेंट हो गया। प्रिंसीपल सतबीर सिंह होरां ने लिखिया है, 9 मन एक ग्रंथ दा वजन सी। भवसागर नामी ग्रंथ इस सरसा दे वहाव विच रुड़ गया, जिहदे विच बेशुमार कीमती रचना गुरु गोबिंद सिंह महाराज ने सन। सैकड़े तुरे सन। परिवार हजूर दा इत्थे खेरू खेरू हो गया। माता जी भाई मनी सिंह जी होरां दे नाल गुरु के महल दिल्ली वाल चले गए। मां गुजर कौर छोटे लाला नूं हिकड़ी नाल ला के एक पासे चली गई। बाजा वाला प्रीतम, 5 प्यारे, वड्डे 2 साहिबजादे अपनी हिकड़ी नाल ला के सरसा तो पार लंघ गए। मैं बड़ा ज्यादा संकोच नाल कह रहा, वो नगमे आप जी दे हजूर रख रहा, पर चंद को सतरा बहुता ज्यादा विस्तार नहीं, समा हो गया। मेरा चित नहीं करदा समाप्ति कर दिया। सवेर दी चल सो चल है, पर यह सरूर ऐसा है, इत्थे थकावट दुख कलेश रहिंदा ही नहीं। इत्थे आके गुआ बाजा वाले प्रीतम गुरु गोबिंद सिंह महाराज तुसीं ऐसी कर विखाई। मैं शायद अर्ज कर दी है। एक विद्वान कहता है, तेरे नाल मैं दिया तशबीह किनू, हर एक गल भी जापदी ओपरीए, ढाके तेग नहीं। इत्थे ढाक के तुसी तेग नहीं बन्नी, पिता दी पसलीए, हाथ विच ढाल नहीं, पुत्र दी खोपड़ी। तुसी अजीत सिंह दा खोपड़ लैके तुरे हो। एडा महंगा इतिहास, एडी महंगी गाथा, ते सिखा तेरे अंदर प्यार ही नहीं। छार छार हो जा। रो के गुरु गोबिंद सिंह महाराज दे मन करके जुड़ के किते चरण धो तेरी कल्याणता करन सतगुरु। खैर उत्थे जो पार लंघे, हकीम अल्लाह यार खा जोगी कहंदा है, खालसा पार लंघिया है ते जेड़े सरसा च रुड़ रहे सन उन्हां वल पिछे मुड़ मुड़ के वेख ले। वो कहंदा, जब दूर से दरिया के किनारे नजर आए, डूबे हुए सरसा में प्यारे नजर आए, बिफरे हुए सतगुरु के दुलारे नजर आए, ये देखकर बिगड़े हुए सारे नजर आए। कहते थे इजाजत ही नहीं है हमें रन की, मट्टी तक उड़ा सकते हैं दुश्मन के चमन की। कुछ कहते ने 7 पो दी शाम नूं बाजा वाले प्रीतम चमकौर दी गड़ी पहुंचे। कुछ कहते ने भट्ठा साहब एक रात मारा रुके, 8 पो शाम नूं पहुंचे ने। खैर गड़ी के सामने चले गए, पिछों टिड्डी दल चढ़ के आ रहा है। इस वेले 2 प्यारे 2 वड्डे पुत्र गुरु के साहिबजादे नाल ने, 5 प्यारे नाल ने, ते सैकड़ियां विचों मुट्ठी भर सिख इस वेले 40 को सिंह नाल, बाकी सरसा विच रुड़ गए, खिंड पुंड गए। बड़ा बड़ा समूह तुरिया सी। गुरु गोबिंद सिंह महाराज दा लश्कर खेरू खेरू हो गया, पर आप जी दा चेहरा उसे तरह दग मगाउंदा है। वो रूहानियत, वो रौनक नहीं घटी। अल्लाह यार खान जोगी कहंदा है, चमकौर दी गड़ी दे सामने गए, बाजा वाले ने अपना खंजर कढ़िया, ओदी मिट्टी नूं तोड़िया, कच्ची है, तली ते रखिया, हस्ते मुबारक ते रख के ऐ मल के ते हवा च उड़ा दिता ते मुस्कुरा पाए। भाई दया सिंह पूछते, सतगुरु की माजरा है? हजूर कहते हैं, जिस खित्ते में हम कहते थे आना जे वकीफ है, कल जिस जगह से लुट कर जाना जे वकीफ है, जिस जा पे है बच्चों को खटाना जे वकीफ है, भाई दया सिंगा मट्टी कह देती ठिकाना जे वकीफ है। बाजा वाले प्रीतम जिथे तुसी पहुंचना सी ना आ गए, गड़ी विच प्रवेश कीते। गुरु खालसा जी दीवान सजाओ, रात्रि दे दीवान सजे ने, सोदा रहरा साहब दा जाप होया। बाजा वाले प्रीतम नूं चारे पासों घेर के 5 प्यारे 2 साहिबजादे गुरु के सिख हजूर सच्चे पातशाह दे कोलों जाप श्रवण करदे। कीर्तन होए, समाप्ति हुई,
आख्या खालसा जी भोजन पानी छको, छकना की है, कोल ते कुछ है नहीं, जो है सी बच्चा वो छकिया है। हुण हजूर कहंदे ने खालसा जी आराम करो, ते इतिहास कहंदा सारी रात दुश्मन दा टिड्डी दल चमकौर दी गढ़ी दा घेरा कटदा रहा, फौजा चढ़ चढ़ के आउंदियां, 10 लाख सवेर तक फौज दा घेरा हो गया। बारिश हो रही है, थोड़ी जी थमी पई है, पर निक्की निक्की कड़ी अजे भी वरदी है। खालसे ने अपने तन दे बस्तर ला के बाजां वाले प्रीतम दी सेज बनाई है। हजूर ने आख्या खालसा जी आराम करो, ਸਿੰਘਾਂ ने अपने घोड़ियां ਦੀਆਂ ਕਾਠੀਆਂ ਦੇ ਥੱਲੋਂ ਵਿਛਾਉਣੇ ਕੱਢੇ, ਉਹ ਮਿੱਟੀ ਆ ਕੱਚੀ ਗੜੀ ਹੈ, ਉੱਥੇ ਵਿਛਾ ਦਿੱਤੇ, ਆਰਾਮ ਕਰਦੇ ਨੇ। ਅੱਲਾ ਯਾਰ ਖਾਨ ਜੋਗੀ ਕਹਿੰਦਾ ਹੈ कुछ लेट गए खाक पे जी पोश विछा कर, जी पोश मीन घोड़ियां दे थल्ले ਜਿਹੜੇ ਵਿਛਾਉਣੇ ਪਾਏ ਹੁੰਦੇ ਨੇ, ਦੂਰਾਂ ਦਰੀਆਂ ਜਿਹੜੀਆਂ ਖੇਸ ਉਹ ਕੱਢੇ ਵਿਛਾ ਲੈ ਤੇ ਆਪਣੇ ਆਸਣ ਕਰਦੇ। कुछ लेट गए खाक पे जी पोश विछा कर, पहरा देने लगे कई तलवार उठाकर, गोविंद भी शाबाश हुए खैमे में जाकर, देखा तो वहां बैठे हैं गर्दन को झुकाकर। वाहिगुरु 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 है मुंह से निकलता है, तू ही तू ही तू ही तू है मुंह से निकलता। सतगुरु वाहिगुरु की याद विच जुड़े, जेड़ा सिखां नूं प्यार कीता ना चमकौर दी गढ़ी विच। मैं ये सीन आप जी दे समक्ष रख के समाप्ति करूंगा। तुहानूं बेनती करा, रोज सौंदा है ते अज आप जे दीवान 10 बजे तक से 11 बज जान ते संदेह ना मनियो, ये घड़ियां है पल लंघते रहंदे है। बाजां वाले प्रीतम अज आप आए ने, अज उन्हां दी याद नहीं, उन्हां शहीदां नूं चेते नहीं कर रहे, वो शहीदां दा पहरा लगा साथ संगत जी। मान लो गुरु कलगियां वाले सच्चे पातशाह दे चरनां दी निभ ते साडे गुरु गोबिंद सिंह महाराज 10वें पातशाह भाई साहब बैठे ने, ते साडी रोज दी रात ही है गुरु कृपा सदका लंघ रही है। नहीं होवे आराम, सारी जिंदगी सौ के कट ली है, 3-4 घंटे नींद है, पर मैं समझना थकावट कोई नहीं। नींद तो एक दिन पूरी ना होए ते दूजे दिन पंजाबी च कहंदे बंदा मूंधड़े मूंह जा पैंदा। इत्थे वो आप वरतदे, जिथे आप वरत जाए ना उत्थे फिर दूजी गल नहीं। ज्यादा होर बातां ना करा, मैं बेनती करा। अल्लाह यार खान जोगी कहंदा है सतगुरु दी याद विच जुड़े ने सिख सुते होए। 2 सिखां ने पहरा मंगिया सी, वो तलवार पकड़ के डंडा पकड़ के पहरा दे रहे। अद्धी को रात बतीत हुई सी, बाजा वाली सरकार अपने आसन तो उठ के बाहर आ गए। हकीम साहब लिखते ने जब 1.5 घड़ी रात की जिक्र खुदा में, खैमे से निकला है सरकार हवा में, कदमों से टहलते थे मगर दिल था दुआ में, बोले जाए खुदावंद खुश हूं तेरी रजा में, करतार से गोया कहते थे रूबरू होकर, कल जाऊंगा मैं चमकौर से सुरखरू होकर। बड़े भाने विच आ गए, रजा विच आ गए, ऐ दोवें हाथ हस्ते मुबारक फैलाए ते आख्या भी मैं तेरा हूं। रब से मुखातब हो गए, मैं तेरा हूं, मेरे बच्चे भी तेरे हैं मौला, जिस हाल में रखे वही हाल है अच्छा, जो शुक्र के सिवा जवाब पर नहीं है शिकवा। सिखा नूं वेख्या, आख्या मैं तेरा, ये मेरे तेरे, ये बच्चे भी मेरे तेरे ने। सिखां ते पुत्रां विच कोई अंतर नहीं, जान तो प्यारिया सिखां नूं प्यार कीता। अल्लाह यार खान जोगी कहंदा है सुते हुए सिखां दे जूड़े खुले ने, दमाले खुल गए बिखर गए, कच्ची गड़ी है वो मिट्टी विच केस लत-पत ने। हजूर एक एक सिख दे कोल बैठदे ने, उन्हां दे केसां नूं ऐ धुंदे, वो मिट्टी उतरदी, उस मिट्टी नूं पूछ के अपने मत्थे नाल ला लैंदे, वो खाक नूं केसां दी राख नूं अपने मत्थे नाल लाउंदे।
ਅੱਲਾ ਯਾਰ ਖਾਂ ਜੋਗੀ ਕਹਿੰਦਾ ਸੁੱਤੇ ਹੋਏ ਸਿੱਖ ਥੱਕੇ ਸਨ, ਵਿਛਾਉਣੇ ਤੋਂ ਥੱਲੇ ਕੋ ਚਲਾ ਗਿਆ ਤੇ ਥੱਲੇ ਮਿੱਟੀ ਹੈ, ਐ ਮਿੱਟੀ ਪਰ ਦਾੜੇ ਪਰ ਪਿਆ ਹੈ ਨਾ, ਤੇ ਦਾੜੇ ਵਿੱਚ ਮਿੱਟੀ ਹੈ। ਹਜ਼ੂਰ ਹੌਲੀ ਜਿਹਾ ਸਿਰ ਚੁੱਕਦੇ ਨੇ, ਸਿੱਧਾ ਕਰਦੇ ਨੇ, ਦਾੜਾ ਝਾੜਦੇ ਨੇ, ਉਹ ਖਾਕ ਨੂੰ ਆਪਣੇ ਮੱਥੇ ਨਾਲ ਲਾ ਲੈਂਦੇ ਨੇ। ਖਾਲਸੇ ਦੇ ਇਸ ਸਬਰ ਨੂੰ ਗੁਰੂ ਕਲਗੀਆਂ ਵਾਲੇ ਅੱਖਾਂ ਤੋਂ ਨੀਰ ਵਹਾ ਕੇ ਸਤਿਕਾਰ ਰਹੇ ਸਨ। अल्लाह यार खां जोगी कहता है साफे कभी जमीन थे उठाते थे सिंगों के, केस इसके जो झाड़े तो खाक भी उसकी जबी से, सर ठीक किए सरके हुए बाल जी से, तरतीब दी हर चीज को ला ला के कहीं से, हाशा किसी मुर्शद में ये इशार नहीं है, ये प्यार किसी पीर में जिनहार नहीं है। सुते हुए सिखा नूं इस तरह बाजां वाले प्रीतम ने दुलारिया जिवें मां अपने सुते हुए बच्चों नूं साਂਭਦੀ। चमकौर दी गड़ी गड़ी ਉਹ ਕਹਿੰਦਾ ਇੱਥੇ ਸਮਾਪਤੀ। ਉਹ ਕਹਿੰਦਾ ਸੁੱਤੇ ਹੋਏ ਸਿੱਖਾਂ ਦੇ ਗੁਰੂ ਸਾਹਿਬ ਨੇ ਮੁਖ ਚੁੰਮੇ, ਦਮਾਲੇ ਚੁੰਮੇ, ਹੱਥਾਂ ਨੂੰ ਚੁੰਮਿਆ, ਤੇ ਜਦੋਂ ਪੈਰਾਂ ਵਾਲੇ ਪਾਸੇ ਆਏ ਨਾ, ਗੁਰੂ ਕਲਗੀਆਂ ਵਾਲੇ ਤੋਂ ਰਿਹਾ ਨਾ ਗਿਆ, ਸੁੱਤੇ ਹੋਏ ਸਿੱਖਾਂ ਦੇ ਚਰਨ ਚੁੰਮ ਲਏ। हकीम साहब की रचना वो कहता चूमा कभी हलकूम, हलकूम कहते आ गर्दन, जो आप पैने तो कई बार गर्दन आया होंगी, इत्थे स्पर्श करते सिखां। चूमा कभी हलकूम दहन चूमने बैठे, सिखां दे हाथां दे विच तेगा वाह वाह के जख्म होए सन, उन्हां जख्मां नूं अपने लबां नाल चुमदे है। चूमा कभी हलकूम दहन चूमने बैठे, जब पायती आए तब चरण चूमने बैठे। सुते हुए सिखां दे गुरु गोबिंद सिंह महाराज जी ने वीरासन ला के चरण चुम रहे। दूजे दिन दा घमासान युद्ध होया। बाबा अजीत सिंह जी 18 साल की उम्र, शहादत दा जाम पीता। 14 सालां दा छोटा वीर जुझारू जुझार सिंह जूझिया शहीद हो गया। पुत्र शहीद होए। गुरु गोबिंद सिंह महाराज मौंटी दे उत्ते खलोते हुए नारा बुलंद करदे। बापू सोहण सिंह सीतल दियां 17 ने। वो कहंदे हस शहीदी पा गया जदों लाल छटेरा, अखा सामे हो गया वो बेरा बेरा, उंगल ला के लै गया ओनू वीर वडेरा। हस बोले सतगुरु वाह भाना तेरा, पंथ वसे मैं उजड़ा मन चाऊ कनेरा। ते बापू सोहण सिंह सीतल कहंदे धन धन गुरु गोबिंद सिंह वाह तेरा जेरा। बाजा वाले प्रीतम गुरु गोबिंद सिंह महाराज तेरा जेरा है। सिखां नूं पुत्रां नूं शहीद करा के चमकौर दी गड़ी विच 3 मैं अरमता च बेनती की, 3 प्यारियां दी शहादतां, प्यारे भाई मोहकम सिंह जी, प्यारे भाई हिम्मत सिंह जी, प्यारे भाई साहब सिंह। 2 प्यारियां नूं नाल लैके खालसे दे गुरमते अगे सीस झुका के महाराज जी चमकौर दी गड़ी नूं छड्ड के निकलदे ने। माछीवाड़े दे जंगल, गुलाबे पंजाबे दा घर, गनी खां नबी खां नूं चरण छो दित्ती। उच दे पीर बन के हजूर आलमगीर गए, खेरी गए, मुखी छल्ला साहब गुरुद्वारा है, ते सतगुरु राय कल्ले पास रायकोट पहुंचते टालियाना साहब गुरुद्वारा उत्थे। इधर माता जी सरसा दे कंडे तो कुम्मे माशकी दी झुग्गी विच एक रात कट्टी। दूजे दिन गंगू दा अपने घर लै गया, उन्हें पकड़ा दिता। अगली रात कोतवाली, उदू अगली रात गुरु सवारियो ठंडे बुरज 3 दिन दियां पेशियां, ते गुरु के छोटे लाला नूं नीहां विच चिन के शहीद कीता। समा समाप्त हो गया। वार्ता लंबेरी है। नूरे माही ने आके सारा विस्तार दस्या सी। इस तरह हजूर आप जी दे बच्चे को के शहीद कर दिते गए। मोती राम महरे ने दुध पियाया ते हजूर ने क्या सी, बेटा मोती मेरे पुत्रा नूं दुध पियाउण वालिया, तेरी कुल विच दुध पुत बनिया रहेगा। मोती राम महरे ने दुध पियाया। ओदे परिवार विच 4 जी सन। निक्का जा ओदा पुत्र, एक पत्नी, एक आप ते एक ओदी मां।
ਚੌਹਾਂ ਜੀਆਂ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਉਹਨਾਂ ਦੀ ਬਰਾਦਰੀ ਧਨ ਹੋ ਗਈ। ਬਾਬਾ ਮੋਤੀ ਮਹਿਰਾ ਜੀ ਅਮਰ ਹੋ ਗਏ। ਜਿਨ੍ਹਾਂ ਸ਼ਹੀਦਾਂ ਦੀ ਦਾਸਤਾਨ ਅਮਰ ਹੈ, ਕੋਡਰ ਮੱਲ ਨੂੰ ਕਦੇ ਨਹੀਂ ਭੁੱਲਣਾ ਸਾਡੀ ਕੌਮ ਨੇ। ਮੋਤੀ ਮਹਿਰੇ ਨੂੰ ਹਿਰਦੇ ਤੇ ਲਿਖਿਆ ਹੈ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਸਾਡੇ ਜਿਹਨ ਵਿੱਚ ਸਦਾ ਰਹੇਗਾ, ਤੇ ਗੰਗੂ ਪਾਪੀ ਨੂੰ ਸਦਾ ਹੀ ਦੁਰਕਾਰਾਂ ਪੈਂਦੀਆਂ ਰਹਿਣਗੀਆਂ। ਖਾਨ ਵਜੀਦੇ ਦੀ ਹਰ ਸਾਲ ਹੀ ਸਰਹੰਦ ਟੈਂਦੀ ਹੈ। ਬਾਜਾਂ ਵਾਲੇ ਦਾ ਝੰਡਾ ਉੱਚਾ ਹੁੰਦਾ ਹੈ। ਸਤਿਗੁਰੂ ਇਹਨਾਂ ਦਿਨਾਂ ਵਿੱਚ ਹਰ ਸਾਲ ਕਾਈ ਦਾ ਬੂਟਾ ਪੁੱਟਦੇ ਨੇ ਰਾਏਕੋਟ ਦੀ ਧਰਤੀ ਤੇ ਤੁਰਕਾਂ ਦੀ ਜੜ ਪੁੱਟ ਦਿੰਦੇ। ਇਹ ਬੜੀ ਵੱਡੀ ਸ਼ਹੀਦਾਂ ਦੀ ਦਾਸਤਾਨ ਹੈ। ਗੁਰੂ ਕੇ ਲਾਲਾਂ ਦੀ ਪਾਵਨ ਸ਼ਹਾਦਤ ਨੂੰ ਸਮਰਪਿਤ, ਉਹਨਾਂ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਮਹਾਨ ਸਮਾਗਮਾਂ ਵਿੱਚ ਆਪਾਂ ਜੁੜ ਬੈਠੇ ਹਾਂ। ਲੋੜ ਹੈ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਲਵਕੜੀ ਦਾ ਨਿੱਘ ਮਿਲੇਗਾ। ਬਾਜਾਂ ਵਾਲੇ ਪ੍ਰੀਤਮ ਆਪਣੀ ਸਿੱਖੀ ਸਿੱਧਕ ਭਰੋਸੇ ਦੇ ਨਾਲ ਨਿਭਾ ਲੈਣ। ਇਹ ਅਰਜ਼ ਕਰੀਏ, ਜੁਗਦੀ ਕਰੀਏ। ਬਹੁਤ ਵੱਡਾ ਉਪਰਾਲਾ ਸਾਡੀ ਮੇਰੀ ਛੋਟੀ ਭੈਣ ਬੀਬੀ ਜਸਪ੍ਰੀਤ ਕੌਰ ਜੀ ਖਾਲਸਾ ਲੁਧਿਆਣੇ ਵਾਲੇ, ਮੇਰਾ ਨਿੱਕਾ ਵੀਰ ਗੁਰਨੂਰ ਸਿੰਘ ਜੀ, ਬਹੁਤ ਅੱਛਾ ਤਬਲਾ ਵਾਦਕ ਹੈ ਵੀਰ। ਇਹਨਾਂ ਦੇ ਉਪਰਾਲੇ ਸਦਕਾ ਪ੍ਰਬੰਧਕ ਕਮੇਟੀ ਦੇ ਸੰਯੋਗ ਦੇ ਨਾਲ ਬਹੁਤ ਵੱਡੇ ਮਹਾਨ ਸਮਾਗਮ ਹੋਏ ਹੈ। ਸਤਿਗੁਰੂ ਹੋਰ ਕਿਰਪਾ ਕਰਨ, ਬਖਸ਼ਿਸ਼ ਕਰਨ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਬਾਜਾਂ ਵਾਲੇ ਪ੍ਰੀਤਮ ਮਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਜਿਨ੍ਹਾਂ ਆਪ ਵਰਤ ਕੇ ਆਪਣੀਆਂ ਗਥਾਵਾਂ ਆਪ ਹੀ ਪਾਵਨ ਸੇਵਾ ਲਈ ਹੈ। ਇੱਥੇ ਸਮਾਪਤੀ ਹੈ। ਅਗਲਾ ਪ੍ਰੋਗਰਾਮ ਆਪ ਜੀ ਨੂੰ ਦੱਸਿਆ ਜਾ ਰਿਹਾ। ਸਕੱਤਰ ਸਾਹਿਬ ਮੇਰੇ ਭਾਜੀ ਆਪ ਜੀ ਨੂੰ ਅਨਾਉਂਸ ਕਰਨਗੇ। ਸਤਿਕਾਰਯੋਗ ਕੌਮ ਦੇ ਮਹਾਨ ਕੀਰਤਨੀਏ ਭਾਈ ਸੁਖਜਿੰਦਰ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਸੰਗਤਾਂ ਦੇ ਅਗਲੇ ਸਮੇਂ ਵਿੱਚ ਖਾਤਮ ਹੋ ਰਹੇ ਨੇ। 10 ਵਜੇ ਨੇ ਕੁਝ ਸ਼ਬਦ ਪ੍ਰਵਾਨ ਕਰਨੇ। ਤੁਸੀਂ ਥੋੜੀ ਜਿਹੀ ਹਿਲਜੁਲ ਰੱਖੀਏ, ਟਿਕਾ ਨਹੀਂ ਬਣਿਆ। ਇਹ ਗਾਥਾ ਬੜੀ ਗਹਿਰੀ ਹੈ, ਡੂੰਘੀ ਹੈ, ਔਰ ਹਿਰਦੇ ਕਰਕੇ ਗਵਾਚ ਜਾਈਏ। ਇਹਨਾਂ ਰਾਤਾਂ 'ਚ ਸੌਣਾ ਨਹੀਂ ਚਾਹੀਦਾ। ਸਾਰੀ ਰਾਤ ਸਮਾਗਮਾਂ ਦੀ ਹਾਜ਼ਰੀ ਭਰੋ। ਆ ਰਾਤਾਂ ਦਾ ਇਹ ਠੰਡ ਉਹਨਾਂ ਸ਼ਹੀਦਾਂ ਦੀ ਨਿੱਘ ਮਾਣੋ। ਮਨੁੱਖਾ ਦੇਹੀ ਸਫਲ ਹੋਏਗੀ। ਬੇਅੰਤ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਮੰਗਾ। ਗੁਰਫਤਿਹ ਨਾਲ ਕਰਾਂ ਸਾਂਝ, ਗਜਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।